ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਯੂਐਸਏ ਟੀਵੀ ਤੇ ਮੈਂ ਸੁਰਭੀ ਸ਼ਰਮਾ ਹਾਜ਼ਰ ਹੋ ਚੁੱਕੀ ਹਾਂ ਪ੍ਰੋਗਰਾਮ ਖਬਰਨਾਮਾ ਲੈ ਕੇ, ਜਿਸ ਵਿੱਚ ਅਸੀਂ ਖਾਸ ਅਪਡੇਟਸ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੀ ਹਾਂ, ਖਾਸ ਅਪਡੇਟਸ ਆ ਰਹੀ ਹੈ ਅਮਰੀਕਾ ਤੇ ਕੈਨੇਡਾ ਦੇ ਨਾਲ ਜੁੜੀਆਂ ਹੋਈਆਂ। ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਲੈ ਕੇ ਪ੍ਰਦਰਸ਼ਨ ਸ਼ੁਰੂ ਹੋ ਸਕਦੇ ਨੇ। ਇਸੇ ਦੇ ਨਾਲ ਹੀ ਵੀਜ਼ਾ ਬੁਲੇਟਿਨ ਅਗਸਤ ਦਾ ਜਾਰੀ ਹੋ ਚੁੱਕਿਆ, ਜਿਸ ਵਿੱਚ ਥੋੜੀ ਜਿਹੀ ਚੇਂਜਿਸ ਜਿਹੜੀਆਂ ਨਜ਼ਰ ਆਉਣਗੀਆਂ। ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਵੀ ਇਮੀਗ੍ਰੇਸ਼ਨ ਨਿਯਮਾਂ ਨੂੰ ਲੈ ਕੇ ਖਾਸ ਤੌਰ ਤੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਨੂੰ ਦੁਬਾਰਾ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਾਰੇ ਬਾਰੇ ਆਪਾਂ ਇਸ ਪ੍ਰੋਗਰਾਮ ਵਿੱਚ ਚਰਚਾ ਕਰਾਂਗੇ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਅਪਡੇਟ ਤੋਂ, ਜਿਸ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਰੁੱਧ ਵਿੱਚ ਕਾਫੀ ਜ਼ਿਆਦਾ ਪ੍ਰਦਰਸ਼ਨ ਹੋ ਸਕਦੇ ਨੇ। ਜੀ ਹਾਂ, ਆਪਾਂ ਸਭ ਜਾਣਦੇ ਹਾਂ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਜੋ ਨੀਤੀਆਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਸਖਤ ਨੇ। ਖਾਸ ਤੌਰ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਦੇਸ਼ ਨਿਕਾਲੇ ਨੂੰ ਲੈ ਕੇ ਉਹ ਬਹੁਤ ਜ਼ਿਆਦਾ ਸਖਤੀ ਕਰ ਰਹੇ ਨੇ, ਔਰ ਇਸ ਸਖਤੀ ਦੇ ਚੱਲਦੇ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਲਾਸ ਐਂਜਲਸ ਦੇ ਵਿੱਚ ਇਹੋ ਜਿਹੇ ਹਾਲਾਤ ਦੇਖਣ ਨੂੰ ਮਿਲੇ ਸੀ, ਜਦੋਂ ਆਈਸ ਏਜੰਟਸ ਜਾਂ ਫਿਰ ਇਮੀਗ੍ਰੇਸ਼ਨ ਏਜੰਟ ਜੋ ਸੀ ਛਾਪੇਮਾਰੀ ਕਰਨ ਵਾਸਤੇ ਉੱਥੇ ਪੁੱਜੇ ਅਤੇ ਜਦੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਉਸ ਤੋਂ ਬਾਅਦ ਵੱਡੇ ਪੱਧਰ ਤੇ ਉੱਥੇ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਚੁੱਕੇ ਸੀਗੇ, ਜਿਸ ਤੋਂ ਬਾਅਦ ਡੋਨਲਡ ਟਰੰਪ ਨੇ ਉੱਥੇ ਆਪਣੇ ਨੈਸ਼ਨਲ ਗਾਰਡ ਤੈਨਾਤ ਕਰ ਦਿੱਤੇ ਸੀ। ਇਸ ਤੋਂ ਬਾਅਦ 700 ਮਰੀਨ ਵੀ ਉੱਥੇ ਤੈਨਾਤ ਕੀਤੇ ਗਏ। ਸੋ ਇੱਕ ਵਾਰ ਫਿਰ ਤੋਂ ਐਸੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਜਾਂ ਹੋ ਸਕਦੇ ਨੇ। ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਵਿਵਾਦਪੂਰਨ ਨੀਤੀਆਂ, ਜਿਵੇਂ ਕਿ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਦੇਸ਼ ਨਿਕਾਲਾ ਦੇਣਾ ਅਤੇ ਅਮਰੀਕਾ ਵਿੱਚ ਸਿਹਤ ਖਰਚਿਆਂ ਵਿੱਚ ਕਟੌਤੀ ਕਰਨ ਵਿਰੁੱਧ ਦੇਸ਼ ਭਰ ਵਿੱਚ 1600 ਤੋਂ ਵੱਧ ਥਾਵਾਂ ਤੇ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਹੈ। ਸੜਕਾਂ, ਅਦਾਲਤਾਂ ਅਤੇ ਹੋਰ ਜਨਤਕ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪ੍ਰਬੰਧਕਾਂ ਨੇ ਸ਼ਾਂਤੀਪੂਰਨ ਪ੍ਰਦਰਸ਼ਨਾਂ ਦਾ ਸੱਦਾ ਵੀ ਦਿੱਤਾ ਹੈ। ਸੋ ਅਮਰੀਕਾ ਦੇ ਵੱਖ-ਵੱਖ ਰਾਜ ਵਿੱਚ ਟਰੰਪ ਦੇ ਵਿਰੋਧ ਵਿੱਚ ਪ੍ਰਦਰਸ਼ਨ ਜਿਹੜੀ ਹੈ ਉਸ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਵਿੱਚ ਅਟਲਾਂਟਾ ਤੇ ਸੈਂਟ ਲੂਇਸ, ਆਕਲੈਂਡ, ਕੈਲੀਫੋਰਨੀਆ, ਐਨਾਪੋਲਿਸ, ਮੈਰੀਲੈਂਡ ਵਿੱਚ ਵੱਡੇ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਜਿਹੜੀ ਹੈ ਬਣਾਈ ਗਈ ਹੈ। ਸੋ ਇੱਕ ਪਾਸੇ ਡੋਨਲਡ ਟਰੰਪ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਨੇ, ਕਿਉਂਕਿ ਡੋਨਲਡ ਟਰੰਪ ਜਿਹੜੇ ਨੇ ਉਹ ਕਾਫੀ ਜ਼ਿਆਦਾ ਇਮੀਗ੍ਰੇਸ਼ਨ ਵਿੱਚ ਸਖਤੀ ਕਰ ਰਹੇ ਨੇ। ਦੂਸਰੇ ਪਾਸੇ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ, ਉਹ ਇਹ ਆ ਰਹੀ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਕਿਰਾਏਦਾਰਾਂ ਦੀ ਮੰਗ ਵੀ ਕਰ ਰਹੇ ਨੇ, ਯਾਨੀ ਕਿ ਉਹਨਾਂ ਦੀ ਪੂਰੀ ਜਾਣਕਾਰੀ ਹਾਸਲ ਕਰ ਰਹੇ ਨੇ। ਜੀ ਹਾਂ, ਰਾਸ਼ਟਰਪਤੀ ਡੋਨਲਡ ਟਰੰਪ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਵਿੱਚੋਂ ਬਾਹਰ ਕਰਨਾ ਚਾਹੁੰਦੇ ਨੇ, ਇਸ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਤੇ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਵੱਲੋਂ ਆਪਣੇ ਇਮੀਗ੍ਰੇਸ਼ਨ ਏਜੰਟਾਂ ਨੂੰ ਆਦੇਸ਼ ਵੀ ਦੇ ਦਿੱਤੇ ਗਏ ਨੇ, ਔਰ ਇਸ ਆਦੇਸ਼ ਤੋਂ ਬਾਅਦ ਹੁਣ ਆਈਸ ਏਜੰਟਸ ਹੋ ਗਏ, ਇਮੀਗ੍ਰੇਸ਼ਨ ਏਜੰਟਸ ਹੋ ਗਏ, ਹਰ ਇੱਕ ਜਗ੍ਹਾ ਤੇ ਛਾਪੇਮਾਰੀ ਕਰਕੇ ਇਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਇसी ਦੇ ਚੱਲਦੇ ਹੁਣ ਗੈਰ ਕਾਨੂੰਨੀ ਪ੍ਰਵਾਸੀ ਜੋ ਕਿਰਾਏ ਤੇ ਰਹਿੰਦੇ ਨੇ, ਉਹਨਾਂ ਦੇ ਮਕਾਨ ਮਾਲਕਾਂ ਨੂੰ ਇੱਕ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਇਸ ਹੁਕਮ ਦੇ ਤਹਿਤ ਹੁਣ ਮਕਾਨ ਮਾਲਕਾਂ ਨੂੰ ਕਿਰਾਏਦਾਰਾਂ ਦੀ ਜਾਣਕਾਰੀ ਦੇਣੀ ਪਵੇਗੀ, ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਕਿੰਨੇ ਕੁ ਗੈਰ ਕਾਨੂੰਨੀ ਪ੍ਰਵਾਸੀ ਇਸ ਸਮੇਂ ਇਸ ਤਰੀਕੇ ਦੇ ਨਾਲ ਘਰਾਂ ਦੇ ਵਿੱਚ ਰਹਿ ਰਹੇ ਨੇ, ਅਤੇ ਉਹਨਾਂ ਦਾ ਪਤਾ ਲਗਾਉਣ ਤੋਂ ਬਾਅਦ ਉਹਨਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾ ਸਕੇ ਜਾਂ ਫਿਰ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕੇ। ਰਾਸ਼ਟਰਪਤੀ ਡੋਨਲਡ ਟਰੰਪ ਦੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਤਹਿਤ ਇੱਕ ਵਿਆਪਕ ਲਾਗੂ ਕਰਨ ਦੀ ਰਣਨੀਤੀ ਦੇ ਹਿੱਸੇ ਵਜੋਂ ਸੰਘੀ ਇਮੀਗ੍ਰੇਸ਼ਨ ਅਧਿਕਾਰੀ ਮਕਾਨ ਮਾਲਕਾਂ ਤੋਂ ਕਿਰਾਏਦਾਰਾਂ ਦੀ ਜਾਣਕਾਰੀ ਮੰਗ ਰਹੇ ਹਨ। ਅਟਲਾਂਟਾ ਸਥਿਤ ਰੀਅਲ ਅਸਟੇਟ ਅਟਾਰਨੀ ਐਰਿਕ, ਜਿਨ੍ਹਾਂ ਦੀ ਐਸੋਸੀਏਟਿਡ ਪ੍ਰੈਸ ਦੁਆਰਾ ਸਲਾਹ ਕੀਤੀ ਗਈ ਹੈ, ਉਹਨਾਂ ਨੇ ਇਸ ਬਾਰੇ ਕਿਹਾ ਕਿ ਉਹਨਾਂ ਦੇ ਕਈ ਗ੍ਰਾਹਕਾਂ ਨੂੰ ਹਾਲ ਹੀ ਵਿੱਚ ਖਾਸ ਕਿਰਾਏਦਾਰਾਂ ਲਈ ਪੂਰੀਆਂ ਕਿਰਾਏ ਦੀਆਂ ਫਾਈਲਾਂ ਦੀ ਮੰਗ ਕਰਨ ਲਈ ਪ੍ਰਸ਼ਾਸਕੀ ਸੰਮਨ ਪ੍ਰਾਪਤ ਹੋਏ ਹਨ। ਯਾਨੀ ਕਿ ਮਕਾਨ ਮਾਲਕਾਂ ਨੂੰ ਇੱਕ ਸੰਮਨ ਪ੍ਰਾਪਤ ਹੋ ਰਿਹਾ, ਜਿਸ ਵਿੱਚ ਪੂਰੀ ਉਹਨਾਂ ਦੀ ਜਾਣਕਾਰੀ ਮੰਗੀ ਜਾ ਰਹੀ ਹੈ। ਦੂਸਰੇ ਪਾਸੇ ਹੋਮਲੈਂਡ ਸਿਕਿਉਰਿਟੀ ਦੇ ਬੁਲਾਰੇ ਟ੍ਰੀਸੀਆ ਨੇ ਇਸ ਅਭਿਆਸ ਦਾ ਬਚਾਅ ਕਰਦੇ ਹੋਏ ਇਹ ਕਿਹਾ ਕਿ ਆਈਸ ਯਾਨੀ ICE ਅਤੇ ਹੋਰ ਇਮੀਗ੍ਰੇਸ਼ਨ ਏਜੰਸੀਆਂ ਨੂੰ ਪ੍ਰਸ਼ਾਸਕੀ ਸੰਮਨ ਜਾਰੀ ਕਰਨ ਦਾ ਅਧਿਕਾਰ ਹੈ ਅਤੇ ਪਾਲਣਾ ਨਾ ਕਰਨ ਤੇ ਸੰਭਾਵੀ ਕਾਨੂੰਨੀ ਜੁਰਮਾਨੇ ਦੀ ਚੇਤਾਵਨੀ ਦਿੱਤੀ ਹੈ। ਇਹ ਵਿਕਾਸ ਉਦੋਂ ਹੋਇਆ ਹੈ ਜਦੋਂ ਟਰੰਪ ਪ੍ਰਸ਼ਾਸਨ ਕਈ ਮੋਰਚਿਆਂ ਤੇ ਇਮੀਗ੍ਰੇਸ਼ਨ ਲਾਗੂ ਕਰਨ ਦੇ ਯਤਨਾਂ ਨੂੰ ਤੇਜ਼ ਕਰ ਰਹੇ ਹਨ। ਇਸ ਹਫ਼ਤੇ ਦੇ ਸ਼ੁਰੂ ਵਿੱਚ ਕਾਰਜਕਾਰੀ ਆਈਸ ਡਾਇਰੈਕਟਰ ਟੋਡ M. ਲੂਇਸ ਨੇ ਇੱਕ ਨਿਰਦੇਸ਼ ਵੀ ਜਾਰੀ ਕੀਤਾ ਸੀ, ਜਿਸ ਵਿੱਚ ਜ਼ਿਆਦਾਤਰ ਮਾਮਲਿਆਂ 'ਚ ਬਾਂਡ ਸੁਣਵਾਈਆਂ ਨੂੰ ਖਤਮ ਕਰਦੇ ਹੋਏ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਉਹਨਾਂ ਦੀ ਹਟਾਉਣ ਦੀ ਪੂਰੀ ਕਾਰਵਾਈ ਲਈ ਹਿਰਾਸਤ ਵਿੱਚ ਰੱਖਣ ਦੀ ਲੋੜ ਸੀਗੀ। ਇਸ ਦੇ ਨਾਲ ਦਾ ਅੰਦਾਜ਼ਾ ਕਿ ਆਈਸ ਅਧਿਕਾਰੀਆਂ ਦੇ ਵਿਵੇਕ ਤੇ ਸਿਰਫ ਅਸਾਧਾਰਨ ਹਾਲਾਤਾਂ ਵਿੱਚ ਹੀ ਇਹ ਜੋ ਰਿਹਾਈ ਹੈ ਦਿੱਤੀ ਜਾਵੇਗੀ। ਟਰੰਪ ਦੇ ਸਰਹੱਦੀ ਜ਼ਾਰ ਟੌਮ ਹੋਮਨ ਨੇ ਪਿਛਲੇ ਹਫ਼ਤੇ ਪ੍ਰਤੀ ਦਿਨ 7000 ਗ੍ਰਿਫਤਾਰੀਆਂ ਦੀ ਮੰਗ ਕੀਤੀ ਸੀ।
ਇਹ गिरफ्तारियां ਕਹਿਣ ਨੂੰ ਤਾਂ ਬਹੁਤ ਜ਼ਿਆਦਾ ਹੈ ਪਰ ਕਰਨੀਆਂ ਬਹੁਤ ਔਖੀ ਹੈ। ਫਿਲਹਾਲ ਜੋ ਇਮੀਗ੍ਰੇਸ਼ਨ ਏਜੰਟ ਨੇ ਉਹ ਇਸ ਟੀਚੇ ਤੱਕ ਨਹੀਂ ਪਹੁੰਚ ਪਾ ਰਹੇ। ਦੇਸ਼ ਵਿੱਚੋਂ 1 ਸਾਲ ਦੇ ਅੰਦਰ 10 ਲੱਖ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਇਹ ਟੀਚਾ ਰੱਖਿਆ ਗਿਆ, ਪਰ ਹਾਲੇ ਤੱਕ ਜੋ ਟਰੰਪ ਪ੍ਰਸ਼ਾਸਨ ਹੈ ਇਸ ਟੀਚੇ ਨੂੰ ਹਾਸਲ ਨਹੀਂ ਕਰ ਪਾ ਰਿਹਾ। ਇਸ ਕਰਕੇ ਇਹ ਨਿਰਦੇਸ਼ ਜਾਰੀ ਕੀਤੇ ਗਏ ਸੀ ਕਿ ਇੱਕ ਦਿਨ ਵਿੱਚ 7000 ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਨੇ। ਅਗਰ 7000 ਗ੍ਰਿਫਤਾਰੀਆਂ ਹਰ ਇੱਕ ਦਿਨ ਹੋਣਗੀਆਂ ਤਾਂ ਹੀ 10 ਲੱਖ ਦਾ ਟੀਚਾ ਪਾਰ ਕੀਤਾ ਜਾ ਸਕਦਾ ਹੈ ਜਾਂ ਹਾਸਲ ਕੀਤਾ ਜਾ ਸਕਦਾ ਹੈ, ਪਰ ऐसा नहीं हो रहा। फिलहाल ये निर्देश दिते गए ਸੀਗੇ जो कि व्हाइट हाउस के उच्च अधिकारियों द्वारा निर्धारित किए गए टीचे तो दुगने तो भी वध है। ये जरूर कहा जा रहा है कि 7000 का निर्देश तो दिता गया, लेकिन गिरफ्तारियां 3500 या 4000 के करीब ही हुई हैं। ट्रंप प्रशासन ने हाल ही के दिनों के विच 17 इमीग्रेशन कोर्ट के जजां नूं भी बर्खास्त किया है। जी हाँ, ट्रंप प्रशासन लगातार सख्ती कर रहे हैं और हुण इमीग्रेशन जो हाई कोर्ट के जज ने उन्हां दे उपर भी गाज टिक चुकी है, उन्हां नूं भी बर्खास्त कर दिता गया है। इन्हां दी गिनती 17 है। ये 17 जज जो ने इन्हां नूं हुण इमीग्रेशन कोर्ट के जज ने जिन्हां नूं बर्खास्त किया गया, उन्हां दी अगवाई करन वाले संघ ने यह जानकारी दी है। ट्रंप प्रशासन देश च प्रवासियों के वड्डे पद्धर ते जलावतनी नूं अगे वधा दिता है। ये बर्खास्तगी अजिहे समय च हुई है ਜਦੋਂ ਅਦਾਲਤਾਂ ਟਰੰਪ ਪ੍ਰਸ਼ਾਸਨ ਦੇ ਸਖਤ ਇਮੀਗ੍ਰੇਸ਼ਨ ਕਾਨੂੰਨ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਦੇ ਕੇਂਦਰ 'ਚ ਆ ਗਈ ਹੈ, ਜਿੱਥੇ ਇਮੀਗ੍ਰੇਸ਼ਨ ਤੇ ਕਸਟਮ ਡਿਊਟੀ ਇਨਫੋਰਸਮੈਂਟ ਅਧਿਕਾਰੀ ਕਾਰਵਾਈ ਲਈ ਅਦਾਲਤ ਦੇ ਵਿੱਚ ਹਾਜ਼ਰ ਹੋਣ ਵਾਲੇ ਗੈਰ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਰਹੇ ਹਨ। ਇਮੀਗ੍ਰੇਸ਼ਨ ਕੋਰਟ ਦੇ ਜੱਜਾਂ ਦੇ ਨਾਲ-ਨਾਲ ਹੋਰਨਾਂ ਪੇਸ਼ੇਵਰਾਂ ਦੀ ਨੁਮਾਇੰਦਗੀ ਕਰਨ ਵਾਲੇ अंतरराष्ट्रीय व्यापारक ते तकनीकी इंजीनियर्स महासंघ ने कहा है कि शुक्रवार ਨੂੰ 15 ਜੱਜਾਂ ਤੇ ਸੋਮਵਾਰ ਨੂੰ 2 ਹੋਰਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ। ਇਹ ਗਿਣਤੀ ਬਹੁਤ ਜ਼ਿਆਦਾ ਹੈ। ਅਜਿਹਾ ਕਰਨ ਪਿੱਛੇ ਕੋਈ ਕਾਰਨ ਵੀ ਨਹੀਂ ਦੱਸਿਆ ਗਿਆ। ਇਸ ਤੋਂ ਇਲਾਵਾ ਸੰਘ ਨੇ ਕਿਹਾ ਹੈ ਕਿ ਉਹ ਦੇਸ਼ ਭਰ ਦੇ 10 ਵੱਖ-ਵੱਖ ਸੂਬਿਆਂ ਜਿਵੇਂ ਕਿ ਕੈਲੀਫੋਰਨੀਆ, ਇਲੀਨੋਇਸ, ਲੁਈਸਿਆਨਾ, ਮੈਰੀਲੈਂਡ, ਮੈਸੇਚੁਸੇਟਸ, ਨਿਊਯਾਰਕ, ओहायो ਅਤੇ ਟੈਕਸਾਸ, ਯੂਟਾ ਤੇ ਵਰਜੀਨੀਆ ਦੀਆਂ ਅਦਾਲਤਾਂ ਦੇ ਵਿੱਚ ਕੰਮ ਕਰ ਰਹੇ ਸਨ। यूनियन के प्रधान मैट बिक्स ने कहा है कि बेहद अपमानजनक ते जनहित विरुद्ध है कि जिस समय कांग्रेस ने 800 इमीग्रेशन जजां नूं रजिस्टर किया, उसे समय ਅਸੀਂ बिना किसी कारण ਵੱਡੀ ਗਿਣਤੀ ਵਿੱਚ ਇਮੀਗ੍ਰੇਸ਼ਨ ਜੱਜਾਂ ਨੂੰ ਬਰਖਾਸਤ ਕਰ ਰਹੇ ਹਾਂ। ਇਹ ਬੇਤੁਕਾ ਹੈ। ਇਸ ਦਾ ਹੱਲ ਹੈ ਕਿ ਬਰਖਾਸਤਗੀ ਬੰਦ ਕੀਤੀ ਜਾਵੇ ਤੇ ਨਿਯੁਕਤੀ ਸ਼ੁਰੂ ਕੀਤੀ ਜਾਵੇ। ਇਮੀਗ੍ਰੇਸ਼ਨ ਸਮੀਖਿਆ ਦੇ ਕਾਰਜਕਾਰੀ ਦਫ਼ਤਰ ਦੀ ਚੇਅਰਪਰਸਨ ਨੇ ਈਮੇਲ ਦੇ ਵਿੱਚ ਕਿਹਾ ਹੈ कि दफ्तर बर्खास्तगी ते कोई टिप्पणी नहीं करेगा। फिलहाल इसका कारण तो नहीं दसिया गया, पर बर्खास्तगी जरूर कर दी गई है। इस तो इलावा डोनाल्ड ट्रंप अगे अपने होर किहड़े नियम लैके आउंदे ने या फिर किस नीति के तहत ये सब कुछ करनगे या ट्रंप की की योजना है, इस बारे भी हले कोई जानकारी नहीं है। फिलहाल डोनाल्ड ट्रंप का इस समय फोकस है सिर्फ गैर कानूनी प्रवासियों के, जिस करके हुण जजां दी भी बर्खास्तगी कर दी गई है। इस तो इलावा प्रवासियों के विरुद्ध कार्रवाई जिहड़ी बहुत सख्त कर दी गई है। और दूसरे पासे जिवें मैं तुहानूं कहा कि ट्रंप के इन्हां नीतियों के विरुद्ध ही हुण प्रदर्शन होने भी शुरू हो चुके हैं। इन्हां प्रदर्शनों के बीच डोनाल्ड ट्रंप अपनी की भूमिका निभाउणगे ये भी देखना होगा। सो इस दे नाल गल करदे हां जी जारी हुए अगस्त के वीज़ा बुलेटिन बारे, जिसनूं लैके एक चंगी खबर भी है। जी हाँ, अमेरिका विच सैटल होने दे चाहवान जो भारती ने उन्हां लई बहुत ही चंगी ते खुशखबरी वाली खबर है। ਤੁਹਾਨੂੰ ਦੱਸ ਦਵਾਂ कि अगस्त 2025 का वीज़ा बुलेटिन भारतीयों ਲਈ एक उम्मीद की किरण लैके आया। अमरीकी विदेश विभाग ने EB-5 श्रेणी के भारतीय वीज़ा बिनेकारां नूं राहत दी है। इस विच गैर राखवे EB-5 श्रेणी के भारतीयों ਲਈ अंतिम कार्रवाई की मिति जो है 6 महीने वधा दी गई है, जबकि जे मैं इत्थे गल करा चीन की, तो चीन के लिए यही जो है 2 साल अगे वधेगी, जबकि भारत लिए घट है, लेकिन चीन के लिए समा जिहड़ा ज़्यादा वधाया गया है। इस तो इलावा अंतिम कार्रवाई दीआं तारीखां विच इह वाधा अजिहे समय विच होया है जदों होर अमरीकी वीज़ा श्रेणियां लई लंबित अर्जियां की गिनती वध रही है। इस तो इलावा जुलाई 2025 तक अमरीकी इमीग्रेशन प्रणाली दे विच 11 मिलियन तो वध मामले लंबित सन, जिन्हां विच भारतीय H-1B कर्मचारियों अते परिवार आधारित ग्रीन कार्ड चाहवानां दीआं अर्जियां शामिल हैं। सो यूएस का EB-5 वीज़ा रोजगार आधारित 5वीं तरजीह श्रेणी तहत एक अमरीकी प्रवासी निवेशक प्रोग्राम है। यह विदेशी नागरिकों को एक योग अमरीकी कारोबार विच घट्टो घट्ट $8 लाख यानी कि लगभग 7 करोड़ रुपए के जो निवेश करने की आग्ञा दिंदा है।
ਹਾਲਾਂਕਿ ਉਸ ਕਾਰੋਬਾਰ ਨੂੰ ਅਮਰੀਕੀ ਕਰਮਚਾਰੀਆਂ ਲਈ ਘੱਟੋ-ਘੱਟ 10 ਨੌਕਰੀਆਂ ਪੈਦਾ ਕਰਨੀਆਂ ਲਾਜ਼ਮੀ ਹਨ। ਇਹ ਬਿਨੇਕਾਰ ਦੇ ਲਈ ਗ੍ਰੀਨ ਕਾਰਡ ਪ੍ਰਾਪਤ ਕਰਨ ਦਾ ਰਾਹ ਵੀ ਪੱਧਰਾ ਕਰਦਾ ਹੈ। ਅਗਰ ਉਹ ਬਿਨੇਕਾਰ ਇਸ ਤਰੀਕੇ ਨਾਲ ਕਰ ਲੈਂਦਾ ਹੈ ਜਾਂ ਨਿਵੇਸ਼ ਕਰ ਲੈਂਦਾ ਤੇ ਨੌਕਰੀਆਂ ਜਿਹੜੀਆਂ ਪੈਦਾ ਕਰਦਾ ਹੈ ਤੇ ਉਸ ਨੂੰ ਗ੍ਰੀਨ ਕਾਰਡ ਮਿਲਣਾ ਆਸਾਨ ਹੋ ਜਾਂਦਾ ਹੈ। ਇਸ ਦੇ ਉਲਟ ਭਾਰਤੀਆਂ ਲਈ EB2 ਸ਼੍ਰੇਣੀ ਤੇ EB1 ਵਿੱਚ ਕੋਈ ਰਾਹਤ ਨਹੀਂ ਹੈ। ਜਿੱਥੇ ਇੱਕ ਪਾਸੇ EB5 ਚ ਰਾਹਤ ਹੈ ਤੇ ਇਹਨਾਂ ਦੋ ਸ਼੍ਰੇਣੀਆਂ ਵਿੱਚ ਕੋਈ ਰਾਹਤ ਨਹੀਂ ਦਿੱਤੀ ਗਈ। EB5 ਵੀਜ਼ਾ ਨਿਵੇਸ਼ਕ, ਉਹਨਾਂ ਦੇ ਸਾਥੀ ਅਤੇ 21 ਸਾਲ ਤੋਂ ਘੱਟ ਉਮਰ ਦੇ ਅਣਵਿਆਹੇ ਬੱਚਿਆਂ ਨੂੰ ਕਵਰ ਕਰਦਾ ਹੈ। EB5 ਪ੍ਰਵਾਨਗੀ ਤੋਂ ਬਾਅਦ ਪਰਿਵਾਰ ਨੂੰ ਇੱਕ ਅਮਰੀਕੀ ਗ੍ਰੀਨ ਕਾਰਡ ਮਿਲਦਾ ਹੈ। ਰਾਖਵੀਆਂ ਸ਼੍ਰੇਣੀਆਂ ਦੇ ਬਿਨੇਕਾਰਾਂ ਨੂੰ ਆਮ ਤੌਰ ਤੇ 2 ਤੋਂ 3 ਸਾਲਾਂ ਦੇ ਅੰਦਰ ਗ੍ਰੀਨ ਕਾਰਡ ਮਿਲ ਜਾਂਦੇ ਹਨ। ਅਜਿਹੀ ਸਥਿਤੀ ਵਿੱਚ EB5 ਵੀਜ਼ਾ ਪ੍ਰੋਗਰਾਮ ਗ੍ਰੀਨ ਕਾਰਡ ਲਈ ਸਿੱਧਾ ਰਸਤਾ ਲੱਭਣ ਵਾਲੇ ਭਾਰਤੀ ਪਰਿਵਾਰਾਂ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। ਇਸ ਤੋਂ ਇਲਾਵਾ ਭਾਰਤੀ ਬਿਨੇਕਾਰਾਂ ਲਈ ਸਭ ਤੋਂ ਮਹੱਤਵਪੂਰਨ ਤਬਦੀਲੀ EB3 ਸ਼੍ਰੇਣੀ ਵਿੱਚ ਹੈ। ਭਾਰਤ ਲਈ ਅੰਤਿਮ ਕਾਰਵਾਈ ਦੀ ਮਿਤੀ ਜੋ ਹੈ ਉਹ ਹੈ 22 ਅਪ੍ਰੈਲ 2013। ਉਸ ਤੋਂ ਇੱਕ ਮਹੀਨਾ ਅੱਗੇ ਵੱਧ ਕੇ 22 ਮਈ 2013 ਹੋ ਚੁੱਕੀ ਹੈ। ਯਾਨੀ ਕਿ 22 ਅਪ੍ਰੈਲ ਤੋਂ ਇਹ ਤਰੀਕ ਵੱਧ ਕੇ 22 ਮਈ ਹੋ ਚੁੱਕੀ ਹੈ। ਇਸ ਸਾਲ ਅਪ੍ਰੈਲ ਦੇ ਵਿੱਚ ਭਾਰਤ ਲਈ EB5 ਅਨਰਾਖਵੇਂ ਵੀਜ਼ਿਆਂ ਲਈ ਅੰਤਿਮ ਕਾਰਵਾਈ ਮਿਤੀ ਜੋ ਸੀ ਉੱਚ ਮੰਗ ਕਾਰਨ ਵਧਾਈ ਗਈ ਸੀ। ਹੁਣ ਅਗਸਤ 2025 ਦੇ ਬੁਲੇਟਿਨ ਵਿੱਚ ਇਸ ਨੂੰ ਵਧਾਉਣ ਦਾ ਐਲਾਨ ਕੀਤਾ ਗਿਆ। ਅਮਰੀਕਨ ਇਮੀਗ੍ਰੈਂਟ ਇਨਵੈਸਟਰ ਅਲਾਇੰਸ ਦੇ ਅਨੁਸਾਰ ਅਪ੍ਰੈਲ 2024 ਤੋਂ ਭਾਰਤੀ ਨਾਗਰਿਕਾਂ ਦੀ ਮੰਗ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਡੇਟਾ ਦਰਸਾਉਂਦਾ ਹੈ ਕਿ ਅਕਤੂਬਰ 2022 ਤੋਂ ਹੁਣ ਤੱਕ ਭਾਰਤੀ ਜੋ ਨੇ EB5 ਪਟੀਸ਼ਨ ਦਾਇਰ ਕਰਨ ਦੀ ਗਿਣਤੀ 1790 ਤੋਂ ਵੱਧ ਹੋ ਗਈ ਹੈ। ਜੇਕਰ ਇਹ ਜਾਰੀ ਰਿਹਾ ਤਾਂ ਭਾਰਤ FY ਯਾਨੀ ਕਿ ਜੇ ਜਾਰੀ ਰਹਿੰਦਾ ਤੇ ਭਾਰਤ FY25 ਦੇ ਅੰਤ ਤੱਕ 2000 ਫਾਈਲਿੰਗ ਨੂੰ ਪਾਰ ਕਰ ਸਕਦਾ ਹੈ, ਜੋ ਕਿ ਬਹੁਤ ਚੰਗੀ ਗੱਲ ਹੈ। ਸੋ ਇਸ ਵਿੱਚ ਆਪਾਂ ਇਹ ਦੇਖ ਸਕਦੇ ਹਾਂ ਕਿ ਕਿੰਨਾ ਜ਼ਿਆਦਾ ਰੁਝਾਨ ਵੀ ਹੈ ਅਤੇ ਜਿਹੜੀਆਂ ਕੁਝ ਫਾਈਲਾਂ ਲੰਬਿਤ ਵੀ ਕਰ ਦਿੱਤੀਆਂ ਗਈਆਂ, ਪਰ ਇਸ ਦੇ ਨਾਲ ਹੀ ਤਰੀਕ ਦੇ ਵਿੱਚ ਥੋੜਾ ਜਿਹਾ ਹਿਲਜੁਲ ਕਰਕੇ ਇੱਕ ਵੱਡੀ ਰਾਹਤ ਭਾਰਤੀਆਂ ਨੂੰ ਮਿਲੀ ਹੈ। ਜੀ ਹਾਂ, ਹੁਣ ਕੈਨੇਡਾ ਦੇ ਵਿੱਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੇ ਲਈ ਖੁਸ਼ਖਬਰੀ ਹੈ। ਕੈਨੇਡਾ ਦੇ ਵਿੱਚ ਵੀ ਲਗਾਤਾਰ ਨਵੇਂ ਨਿਯਮ ਸਾਹਮਣੇ ਆਉਂਦੇ ਰਹਿੰਦੇ ਨੇ। ਇਸੇ ਦੇ ਚੱਲਦੇ ਇਮੀਗ੍ਰੇਸ਼ਨ ਦੇ ਵਿੱਚ ਵੀ ਵੱਡੇ ਬਦਲਾਅ ਕੀਤੇ ਜਾਂਦੇ ਨੇ। ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਨੂੰ ਲੈ ਕੇ ਵੀ ਇੱਕ ਵੱਡਾ ਬਦਲਾਅ ਕੀਤਾ ਗਿਆ ਸੀ ਕੁਝ ਮਹੀਨੇ ਪਹਿਲਾਂ, ਪਰ ਇਸ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਤਬਦੀਲੀ ਕਰ ਦਿੱਤੀ ਗਈ ਹੈ ਜਿਸ ਨੇ ਇੱਕ ਵੱਡੀ ਰਾਹਤ ਦਿੱਤੀ ਹੈ। ਸੋ ਹਜ਼ਾਰਾਂ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਜਲਦੀ ਹੀ ਆਪਣੇ ਅਜੀਜ਼ਾਂ ਨੂੰ ਦੁਬਾਰਾ ਸੱਦਣ ਦਾ ਮੌਕਾ ਮਿਲ ਗਿਆ ਹੈ। ਜਦ ਕਿ ਇਹ ਪਹਿਲਾ ਮੌਕਾ ਬੰਦ ਕਰ ਦਿੱਤਾ ਗਿਆ ਸੀਗਾ, ਪਰ ਹੁਣ ਇਹ ਮੌਕਾ ਦੁਬਾਰਾ ਮਿਲ ਗਿਆ ਹੈ ਕਿ ਤੁਸੀਂ ਆਪਣੇ ਜੋ ਵੱਡੇ ਨੇ, ਜਿਵੇਂ ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ, ਉਹਨਾਂ ਨੂੰ ਕੈਨੇਡਾ ਵਿੱਚ ਬੁਲਾ ਸਕਦੇ ਹੋ। ਇਹ ਆਮ ਹੈ ਕਿ ਜਦੋਂ ਵੀ ਕੋਈ ਵਿਦੇਸ਼ੀ ਨਾਗਰਿਕ ਕਿਸੇ ਹੋਰ ਦੇਸ਼ ਵਿੱਚ ਜਾਂਦਾ ਹੈ, ਜਿਵੇਂ ਕੋਈ ਵੀ ਨਾਗਰਿਕ ਕੈਨੇਡਾ ਵਿੱਚ ਜਾਂਦਾ ਹੈ, ਉੱਥੇ ਜਾ ਕੇ ਉੱਥੇ PR ਹਾਸਲ ਕਰਦਾ ਤੇ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਜ਼ਰੂਰ ਬੁਲਾਉਂਦਾ ਹੈ। ਕਈ ਵਾਰ ਉਹਨਾਂ ਗ੍ਰੈਂਡ ਪੇਰੈਂਟਸ ਦਾ ਸਮਾਂ ਜਿਹੜਾ ਹੈ ਉਹ ਜ਼ਿਆਦਾ ਹੁੰਦਾ ਹੈ, ਕਈ ਵਾਰ ਘੱਟ ਹੁੰਦਾ ਹੈ, ਪਰ ਪਿੱਛੇ ਜੇ ਸਰਕਾਰ ਵੱਲੋਂ ਨਵੇਂ ਆਦੇਸ਼ ਜਾਰੀ ਕਰ ਦਿੱਤੇ ਗਏ ਸੀ, ਜਿਸ ਤੋਂ ਬਾਅਦ ਗ੍ਰੈਂਡ ਪੇਰੈਂਟਸ ਔਰ ਪੇਰੈਂਟਸ ਨੂੰ ਬੁਲਾਉਣਾ ਥੋੜਾ ਮੁਸ਼ਕਿਲ ਹੋ ਚੁੱਕਿਆ ਸੀਗਾ। ਪਰ ਹੁਣ ਇੱਕ ਵਾਰ ਫਿਰ ਤੋਂ ਹੁਣ ਇਹਨਾਂ ਪੇਰੈਂਟਸ ਨੂੰ ਦੁਬਾਰਾ ਬੁਲਾਇਆ ਜਾ ਸਕਦਾ ਹੈ, ਜਿਸ ਲਈ ਗਵਰਨਮੈਂਟ ਵੱਲੋਂ ਨਵਾਂ ਐਲਾਨ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸਵਾਂ ਕਿ ਹੁਣ ਕੈਨੇਡਾ ਵਿੱਚ ਆਪਣੇ ਮਾਪਿਆਂ ਜਾਂ ਗ੍ਰੈਂਡ ਪੇਰੈਂਟਸ ਨੂੰ ਸੱਦਿਆ ਜਾ ਸਕਦਾ ਹੈ। ਸਾਲ 2025 ਦੇ ਐਲਾਨ ਦੇ ਮੁਤਾਬਕ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਯਾਨੀ ਕਿ IRCC ਇਸ ਸਾਲ ਮਾਪਿਆਂ ਅਤੇ ਦਾਦਾ ਦਾਦੀ ਪ੍ਰੋਗਰਾਮ ਦੇ ਤਹਿਤ ਸਪਾਂਸਰਸ਼ਿਪ ਦੇ ਲਈ 10,000 ਤੱਕ ਪੂਰੀਆਂ ਅਰਜ਼ੀਆਂ ਸਵੀਕਾਰ ਕਰੇਗਾ। ਫੈਡਰਲ ਸਰਕਾਰ 28 ਜੁਲਾਈ 2025 ਤੋਂ ਮਾਪਿਆਂ ਅਤੇ ਦਾਦਾ ਦਾਦੀ ਪ੍ਰੋਗਰਾਮ ਯਾਨੀ PGP ਤਹਿਤ ਚੁਣੇ ਹੋਏ ਵਿਅਕਤੀਆਂ ਨੂੰ ਆਪਣੇ ਮਾਪਿਆਂ ਅਤੇ ਦਾਦਾ ਦਾਦੀ ਨੂੰ ਸਥਾਈ ਨਿਵਾਸ ਲਈ ਸਪਾਂਸਰ ਕਰਨ ਲਈ ਸੱਦਾ ਦੇਣਾ ਸ਼ੁਰੂ ਕਰੇਗੀ। ਸੋ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਯਾਨੀ IRCC 2 ਹਫ਼ਤਿਆਂ ਦੀ ਮਿਆਦ ਵਿੱਚ 17,860 ਸੱਦੇ ਭੇਜੇਗਾ, ਜਿਸ ਦਾ ਟੀਚਾ ਇਸ ਸਾਲ 10,000 ਪੂਰੀਆਂ ਅਰਜ਼ੀਆਂ ਨੂੰ ਮਨਜ਼ੂਰੀ ਦੇਣਾ ਹੈ। ਸੋ ਜਿਸ ਕਿਸੇ ਨੇ 2020 ਦੇ ਵਿੱਚ ਸਪਾਂਸਰ ਫਾਰਮ ਲਈ ਦਿਲਚਸਪੀ ਜਮ੍ਹਾਂ ਕਰਵਾਈ ਸੀ, ਪਰ ਅਜੇ ਤੱਕ ਅਰਜ਼ੀ ਦੇਣ ਲਈ ਸੱਦਾ ਨਹੀਂ ਮਿਲਿਆ ਹੈ, ਉਸ ਨੂੰ 2020 ਦੇ ਵਿੱਚ ਪ੍ਰਦਾਨ ਕੀਤੇ ਗਏ ਈਮੇਲ ਖਾਤੇ ਦੀ ਜਾਂਚ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਇਸ ਨਾਲ ਹੀ PGP ਪ੍ਰੋਗਰਾਮ ਯੋਗ ਕੈਨੇਡੀਅਨ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਰਜਿਸਟਰਡ ਭਾਰਤੀਆਂ ਨੂੰ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸਥਾਈ ਨਿਵਾਸ ਲਈ ਸਪਾਂਸਰ ਕਰਨ ਦੇ ਯੋਗ ਬਣਾਉਂਦਾ ਹੈ। ਨਾਲ ਹੀ 2025 ਦੇ ਦਾਖਲੇ ਦੇ ਹਿੱਸੇ ਵਜੋਂ ਅਰਜ਼ੀ ਦੇਣ ਲਈ ਸੱਦਾ ਦਿੱਤੇ ਗਏ
ਸਥਾਈ ਨਿਵਾਸ ਪੋਰਟਲ ਜਾਂ ਫਿਰ ਪ੍ਰਤੀਨਿਧੀ ਸਥਾਈ ਨਿਵਾਸ ਪੋਰਟਲ ਰਾਹੀਂ ਆਪਣੀਆਂ ਅਰਜ਼ੀਆਂ ਇਲੈਕਟ੍ਰੋਨਿਕ ਤੌਰ ਤੇ ਜਮ੍ਹਾਂ ਕਰਵਾ ਸਕਦੇ ਹਨ। ਸੋ ਇੱਕ ਵੱਡੀ ਸਹੂਲਤ ਮਿਲ ਚੁੱਕੀ ਹੈ। ਅਗਰ ਕੋਈ ਆਪਣੀ ਅਰਜ਼ੀ ਜਮ੍ਹਾਂ ਕਰਵਾਉਣਾ ਚਾਹੁੰਦਾ ਹੈ ਤਾਂ ਇਸ ਤਰੀਕੇ ਨਾਲ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦਾ ਹੈ ਤਾਂ ਕਿ ਉਹ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਆਪਣੇ ਕੋਲ ਬੁਲਾ ਸਕੇ। ਜਿਨ੍ਹਾਂ ਨੂੰ ਇਸ ਸਾਲ ਸੱਦਾ ਨਹੀਂ ਦਿੱਤਾ ਗਿਆ ਹੈ ਉਹ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਲਈ ਅਰਜ਼ੀ ਦੇਣ ਬਾਰੇ ਵਿਚਾਰ ਕਰ ਸਕਦੇ ਹਨ। ਸੁਪਰ ਵੀਜ਼ਾ ਜ਼ਰੀਏ ਵੀ ਉਹ ਆਪਣੇ ਪੇਰੈਂਟਸ ਨੂੰ ਉੱਥੇ ਬੁਲਾ ਸਕਦੇ ਨੇ, ਜੋ ਕਿ ਇੱਕ ਮਲਟੀਪਲ ਐਂਟਰੀ ਵੀਜ਼ਾ ਹੈ ਜੋ 10 ਸਾਲ ਤੱਕ ਵੈਧ ਹੁੰਦਾ ਹੈ। ਸੁਪਰ ਵੀਜ਼ਾ ਧਾਰਕ ਇੱਕ ਸਮੇਂ ਵਿੱਚ 5 ਸਾਲ ਲਈ ਕੈਨੇਡਾ ਦੇ ਵਿੱਚ ਰਹਿ ਸਕਦੇ ਹਨ। ਦੇਸ਼ ਛੱਡੇ ਬਿਨਾਂ ਆਪਣੀ ਫੇਰੀ ਨੂੰ ਇੱਕ ਸਮੇਂ ਵਿੱਚ 2 ਸਾਲ ਤੱਕ ਵਧਾਉਣ ਦੇ ਵਿਕਲਪ ਦੇ ਨਾਲ, ਯਾਨੀ ਕਿ ਸੁਪਰ ਵੀਜ਼ਾ ਦੇ ਨਾਲ 10 ਸਾਲ ਤੱਕ ਦਾ ਸਮਾਂ ਤਾਂ ਹੈ ਪਰ ਤੁਸੀਂ 5 ਸਾਲ ਲਈ ਉੱਥੇ ਰਹਿ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਬਿਨਾਂ ਦੇਸ਼ ਛੱਡੇ ਉੱਥੇ 2 ਸਾਲ ਹੋਰ ਵੀ ਰਹਿ ਸਕਦੇ ਹੋ, ਇਹ ਵਿਕਲਪ ਨਾਲ ਹੁੰਦਾ ਹੈ। 5 ਫਰਵਰੀ 2025 ਤੱਕ ਪੀਜੀਪੀ ਪ੍ਰੋਗਰਾਮ ਅਰਜ਼ੀਆਂ ਲਈ ਪ੍ਰਕਿਰਿਆ ਸਮਾਂ ਕਿਊਬੈਕ ਤੋਂ ਬਾਹਰ ਜਾਣ ਵਾਲਿਆਂ ਲਈ ਲਗਭਗ 24 ਮਹੀਨੇ ਸੀ। ਸੂਬੇ ਦੇ ਵਧੇਰੇ ਸੀਮਿਤ ਪਰਿਵਾਰ ਸ਼੍ਰੇਣੀ ਦਾਖਲੇ ਟੀਚਿਆਂ ਕਾਰਨ ਕਿਊਬੈਕ ਨਿਰਧਾਰਿਤ ਬਿਨੇਕਾਰਾਂ ਲਈ ਇਹ ਹੁਣ 48 ਮਹੀਨੇ ਹਨ। ਸੋ ਇੱਕ ਵੱਡੀ ਰਾਹਤ ਭਰੀ ਖਬਰ ਹੈ ਉਹਨਾਂ ਦੇ ਲਈ ਜੋ ਆਪਣੇ ਪੇਰੈਂਟਸ ਨੂੰ ਆਪਣੇ ਕੋਲ ਬੁਲਾਉਣਾ ਚਾਹੁੰਦੇ ਨੇ। ਸੋ ਉਸ ਲਈ ਅਰਜ਼ੀ ਦੇ ਸਕਦੇ ਨੇ। ਜਿਨ੍ਹਾਂ ਨੇ ਪਹਿਲਾਂ ਅਰਜ਼ੀਆਂ ਦਿੱਤੀਆਂ ਨੇ ਉਹਨਾਂ ਨੂੰ ਦੁਬਾਰਾ ਉਤਸ਼ਾਹਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਹ ਸੰਭਾਵਨਾ ਹੈ ਕਿ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅਰਜ਼ੀਆਂ ਦਿੱਤੀਆਂ ਸੀ ਜਾਂ ਕਾਫੀ ਸਮੇਂ ਪਹਿਲਾਂ ਦਿੱਤੀਆਂ ਸੀ ਉਹਨਾਂ ਦੀ ਅਰਜ਼ੀਆਂ ਵੀ ਇਸ ਸਾਲ ਸਵੀਕਾਰ ਕਰ ਲਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਜੋ ਇਸ ਸਾਲ ਅਰਜ਼ੀ ਦਿੰਦੇ ਨੇ ਉਹਨਾਂ ਦੀ ਅਰਜ਼ੀ ਵੀ ਸਵੀਕਾਰ ਕੀਤੀ ਜਾਏਗੀ ਅਤੇ ਇਸ ਦੇ ਨਾਲ ਹੀ 10,000 ਇਹ ਅਰਜ਼ੀਆਂ ਸਵੀਕਾਰ ਕਰਨ ਦਾ ਟੀਚਾ ਰੱਖਿਆ ਗਿਆ ਹੈ ਜਿਸ ਨੂੰ ਪੂਰਾ ਕੀਤਾ ਜਾਏਗਾ ਤੇ 10,000 ਅਰਜ਼ੀਆਂ ਨੂੰ ਮਨਜ਼ੂਰੀ ਵੀ ਮਿਲੇਗੀ। ਜੀ ਹਾਂ, ਹੁਣ ਆਪਾਂ ਗੱਲ ਕਰਦੇ ਹਾਂ ਪ੍ਰਵਾਸੀ ਭਾਰਤੀਆਂ ਦੀ ਜਿਨ੍ਹਾਂ ਦੇ ਲਈ ਹੁਣ ਪੈਸੇ ਭੇਜਣਾ ਹੋਰ ਵੀ ਆਸਾਨ ਹੋ ਜਾਵੇਗਾ। ਭਾਰਤੀ ਪ੍ਰਵਾਸੀਆਂ ਲਈ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਹੈ ਕਿ ਦੂਸਰੇ ਦੇਸ਼ ਤੋਂ ਆਪਣੇ ਦੇਸ਼ ਵਿੱਚ ਪੈਸੇ ਭੇਜਣਾ, ਚਾਹੇ ਉਹ ਕਿਸੇ ਵੀ ਦੇਸ਼ ਵਿੱਚ ਬੈਠੇ ਹੋਣ। ਕੈਨੇਡਾ, ਅਮਰੀਕਾ, ਸਿੰਗਾਪੁਰ, ਨਿਊਜ਼ੀਲੈਂਡ, ਆਸਟ੍ਰੇਲੀਆ, ਜਿੱਧਰ ਮਰਜ਼ੀ ਹੋਣ, ਪਰ ਉਹਨਾਂ ਨੂੰ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਕਿ ਉਹ ਆਪਣੇ ਪੈਸੇ ਜਿਹੜੇ ਨੇ ਆਪਣੇ ਪਰਿਵਾਰ ਨੂੰ ਭੇਜ ਸਕਣ, ਆਪਣੇ ਜੱਦੀ ਮੁਲਕ ਵਿੱਚ ਭੇਜ ਸਕਣ। ਔਰ ਕਈ ਵਾਰ ਇੱਦਾਂ ਦੇਸ਼ਾਂ 'ਚ ਪੈਸੇ ਭੇਜਣ 'ਚ ਪਰੇਸ਼ਾਨੀ ਵੀ ਆਉਂਦੀ ਹੈ, ਪਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀ ਭਾਰਤੀਆਂ ਨੂੰ ਹੁਣ ਪੈਸੇ ਭੇਜਣਾ ਬਹੁਤ ਸੌਖਾ ਹੋ ਜਾਏਗਾ। ਉਹ ਆਸਾਨੀ ਦੇ ਨਾਲ ਪੈਸੇ ਭੇਜ ਸਕਣਗੇ, ਪਰ ਕਿੱਥੋਂ ਦੀ ਭੇਜ ਸਕਣਗੇ ਇਹ ਤੁਹਾਨੂੰ ਜ਼ਰੂਰ ਦੱਸ ਦਿੰਦੀ ਹਾਂ। ਤੁਹਾਨੂੰ ਦੱਸ ਦੇਵਾਂ ਕਿ ਸਿੰਗਾਪੁਰ ਤੋਂ ਪੈਸੇ ਭੇਜਣਾ ਹੁਣ ਹੋਰ ਆਸਾਨ ਹੋ ਜਾਵੇਗਾ। ਫਿਲਹਾਲ ਸਿੰਗਾਪੁਰ ਵਿੱਚ ਵੀ ਬਹੁਤ ਸਾਰੇ ਭਾਰਤੀ ਮੌਜੂਦ ਨੇ ਜੋ ਆਪਣੇ ਪਿੰਡਾਂ ਨੂੰ, ਆਪਣੇ ਘਰਾਂ ਨੂੰ, ਆਪਣੇ ਪਰਿਵਾਰਾਂ ਨੂੰ ਪੈਸਾ ਭੇਜਦੇ ਨੇ ਅਤੇ ਹੁਣ ਉਹਨਾਂ ਲਈ ਪੈਸਾ ਭੇਜਣਾ ਥੋੜਾ ਆਸਾਨ ਹੋ ਜਾਵੇਗਾ। ਤੁਹਾਨੂੰ ਦੱਸ ਦੇਵਾਂ ਕਿ ਰਾਸ਼ਟਰੀ ਭੁਗਤਾਨ ਨਿਗਮ ਲਿਮਟਿਡ ਯਾਨੀ ਕਿ NPCI ਦੀ ਅੰਤਰਰਾਸ਼ਟਰੀ ਬ੍ਰਾਂਚ ਨੇ ਰੈਮਿਟੈਂਸ ਨੈਟਵਰਕ UPI ਪੈਨਿਓ ਨਾਲ 13 ਹੋਰ ਬੈਂਕਾਂ ਨੂੰ ਜੋੜਿਆ ਹੈ ਜੋ ਇਸ ਸਹੂਲਤ ਨੂੰ ਦੇਗਾ ਕਿ ਆਰਾਮ ਦੇ ਨਾਲ ਜੋ ਪੈਸੇ ਨੇ ਉਹ ਦਿੱਤੇ ਜਾ ਸਕਦੇ ਨੇ। APCI ਯਾਨੀ ਕਿ ਇੰਟਰਨੈਸ਼ਨਲ ਪੇਮੈਂਟਸ ਲਿਮਟਿਡ ਨੇ ਦੱਸਿਆ ਹੈ ਕਿ ਨਵੇਂ ਬੈਂਕਾਂ ਦੇ ਰਾਹੀਂ ਸਰਹੱਦ ਪਾਰ ਭੁਗਤਾਨ 17 ਜੁਲਾਈ ਤੋਂ ਪ੍ਰਭਾਵੀ ਹੋ ਜਾਵੇਗਾ। ਸਿੰਗਾਪੁਰ ਤੋਂ ਭਾਰਤ ਅਤੇ ਭਾਰਤ ਤੋਂ ਸਿੰਗਾਪੁਰ ਪੈਸਾ ਭੇਜਣ ਲਈ ਹੁਣ ਲੋਕਾਂ ਦੇ ਕੋਲ ਜ਼ਿਆਦਾ ਬਦਲ ਹੋਣਗੇ। ਇਸ ਕਰਕੇ ਉਹ ਆਸਾਨੀ ਦੇ ਨਾਲ ਆਪਣੇ ਪਰਿਵਾਰਾਂ ਨੂੰ ਪੈਸਾ ਭੇਜ ਪਾਉਣਗੇ। ਜਿਨ੍ਹਾਂ ਬੈਂਕਾਂ ਨੂੰ ਰੈਮਿਟੈਂਸ ਨੈਟਵਰਕ ਨਾਲ ਜੋੜਿਆ ਗਿਆ ਹੈ ਉਹਨਾਂ 'ਚ ਬੈਂਕ ਆਫ ਬੜੌਦਾ, ਬੈਂਕ ਆਫ ਇੰਡੀਆ, ਕੈਨਰਾ ਬੈਂਕ, ਫੈਡਰਲ ਬੈਂਕ, HDFC ਬੈਂਕ, IDFC, ਫਰਸਟ ਬੈਂਕ, ਕੋਟਕ ਮਹਿੰਦਰਾ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਾਊਥ ਇੰਡੀਅਨ ਬੈਂਕ ਅਤੇ ਯੂਕੋ ਬੈਂਕ ਸ਼ਾਮਲ ਹਨ। ਇਹਨਾਂ ਤੋਂ ਇਲਾਵਾ 6 ਬੈਂਕ ਐਕਸਿਸ ਬੈਂਕ, DBS ਬੈਂਕ ਇੰਡੀਆ, ICICI ਬੈਂਕ, ਇੰਡੀਅਨ ਬੈਂਕ, ਇੰਡੀਅਨ ਓਵਰਸੀਜ਼ ਬੈਂਕ ਅਤੇ ਭਾਰਤੀ ਸਟੇਟ ਬੈਂਕ ਪਹਿਲਾਂ ਤੋਂ ਹੀ UPI ਪੈਨਿਓ ਨਾਲ ਜੁੜੇ ਹੋਏ ਹਨ। ਸੋ ਇਹ ਬੈਂਕ ਤਾਂ ਪਹਿਲਾਂ ਤੋਂ ਹੀ ਜੁੜੇ ਹੋਏ ਨੇ 6 ਬੈਂਕ, ਪਰ ਇਸ ਤੋਂ ਇਲਾਵਾ ਜੋ ਹੁਣ ਨਵੇਂ ਬੈਂਕ ਜੁੜੇ ਨੇ ਇਸ ਨਾਲ ਜੋ ਬੈਂਕ ਹੋਲਡਰਸ ਨੇ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਏਗਾ ਤੇ ਪੈਸੇ ਭੇਜਣਾ ਉਹਨਾਂ ਦੇ ਲਈ ਬਹੁਤ ਜ਼ਿਆਦਾ ਆਸਾਨ ਹੋ ਜਾਵੇਗਾ। ਇਸ ਨਾਲ ਜੇ ਮੈਂ ਅਮਰੀਕਾ ਦੀ ਇੱਥੇ ਗੱਲ ਕਰਾਂ ਤੇ ਅਮਰੀਕਾ ਤੋਂ ਪੈਸੇ ਭੇਜਣਾ ਥੋੜਾ ਜਿਹਾ ਮਹਿੰਗਾ ਹੋ ਸਕਦਾ ਹੈ ਕਿਉਂਕਿ ਅਮਰੀਕਾ ਦੇ ਵਿੱਚ ਇਸ ਸਮੇਂ ਤਾਂ ਕੁਝ ਵੀ ਨਹੀਂ ਹੈ, ਮਤਲਬ ਕਿ ਕੋਈ ਵੀ ਟੈਕਸ ਨਹੀਂ ਹੈ, ਪਰ ਨਵੇਂ ਸਾਲ ਤੋਂ ਇਸ ਉੱਤੇ 1% ਟੈਕਸ ਲੱਗੇਗਾ। ਯਾਨੀ ਕਿ ਜੋ NRIs ਅਮਰੀਕਾ ਵਿੱਚ ਬੈਠ ਕੇ ਆਪਣੇ ਘਰਾਂ ਨੂੰ ਪੈਸੇ ਭੇਜ ਰਹੇ ਨੇ ਉਹਨਾਂ ਨੂੰ ਆਪਣੇ ਪੈਸੇ ਦੇ ਨਾਲ 1% ਟੈਕਸ ਦੇਣਾ ਪਵੇਗਾ। ਫਿਲਹਾਲ ਤੁਹਾਨੂੰ ਪਹਿਲਾਂ ਇਹ ਦੱਸਵਾਂ ਕਿ ਇਸ ਤੋਂ ਪਹਿਲਾਂ ਇਹ ਟੈਕਸ 5% ਲਗਾਇਆ ਗਿਆ ਸੀਗਾ, ਜਿਸ ਤੋਂ ਬਾਅਦ ਇੱਕ ਚਿੰਤਾ ਬਣ ਗਈ ਸੀ ਭਾਰਤੀ ਪ੍ਰਵਾਸੀਆਂ ਦੇ ਵਿੱਚ ਅਤੇ
ਇਸ ਦੇ ਨਾਲ ਉਹਨਾਂ ਦੇ ਜੇਬ ਵਿੱਚ ਬੋਝ ਵੀ ਪੈ ਗਿਆ ਸੀਗਾ, ਕਿਉਂਕਿ ਆਪਣੇ ਪਰਿਵਾਰ ਨੂੰ ਪੈਸਾ ਭੇਜਣ ਦੇ ਨਾਲ ਉਹਨਾਂ ਨੂੰ 5% ਟੈਕਸ ਵੀ ਅਦਾ ਕਰਨਾ ਪੈਣਾ ਸੀਗਾ, ਜੋ ਕਿ ਕਾਫੀ ਜ਼ਿਆਦਾ ਮਹਿੰਗਾ ਸਾਬਤ ਹੋਣ ਵਾਲਾ ਸੀਗਾ। ਉਸ ਤੋਂ ਬਾਅਦ ਇਸ ਟੈਕਸ ਨੂੰ ਘਟਾ ਦਿੱਤਾ ਗਿਆ, ਫਿਰ 3% ਕਰ ਦਿੱਤਾ ਗਿਆ, ਦੈਨ ਇਸ ਨੂੰ 1% ਤੱਕ ਕਰ ਦਿੱਤਾ ਗਿਆ ਹੈ ਅਤੇ 1% ਦੇ ਨਾਲ ਇਹ ਟੈਕਸ ਦੇ ਵਿੱਚ ਥੋੜੀ ਰਾਹਤ ਜਿਹੜੀ ਹੈ ਉਹਨਾਂ ਭਾਰਤੀ ਪ੍ਰਵਾਸੀਆਂ ਨੂੰ ਮਿਲ ਚੁੱਕੀ ਹੈ ਜੋ ਅਮਰੀਕਾ ਤੋਂ ਪੈਸੇ ਭੇਜਦੇ ਨੇ। ਅਤੇ ਇੱਕ ਗੱਲ ਹੋਰ ਤੁਹਾਨੂੰ ਇੱਥੇ ਦੱਸਵਾਂ ਕਿ ਅਮਰੀਕਾ ਦੇ ਜੋ ਭਾਰਤੀ ਮੌਜੂਦ ਨੇ, ਜੋ ਭਾਰਤੀ ਪ੍ਰਵਾਸੀ ਨੇ, ਉਹ ਸਭ ਤੋਂ ਜ਼ਿਆਦਾ ਪੈਸਾ ਅਮਰੀਕਾ ਤੋਂ ਭੇਜਦੇ ਨੇ ਇੰਡੀਆ ਦੇ ਵਿੱਚ, ਯਾਨੀ ਕਿ ਕੋਈ ਵੀ ਐਸੀ ਕੰਟਰੀ ਨਹੀਂ ਹੈ ਜਿਸ ਵਿੱਚ ਭਾਰਤੀ ਸਭ ਤੋਂ ਜ਼ਿਆਦਾ ਪੈਸਾ ਭਾਰਤ ਵਿੱਚ ਭੇਜਣ। ਸਿਰਫ ਅਮਰੀਕਾ ਤੋਂ ਸਭ ਤੋਂ ਜ਼ਿਆਦਾ ਪੈਸਾ ਜੋ ਹੈ ਭਾਰਤ ਵਿੱਚ ਆਉਂਦਾ ਹੈ ਅਤੇ ਇੱਕ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਸਮੇਂ ਅਮਰੀਕਾ ਵਿੱਚ ਭਾਰਤੀ ਦੀ ਗਿਣਤੀ ਕਿੰਨੀ ਹੈ ਅਤੇ ਕਿੰਨੇ ਜ਼ਿਆਦਾ ਭਾਰਤੀ ਪਰਿਵਾਰ ਜਿਹੜੇ ਨੇ ਅਮਰੀਕਨਸ ਦੇ ਜੋ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਨੇ, ਪਰਿਵਾਰ ਰਹਿੰਦੇ ਨੇ, ਉਹਨਾਂ ਦੇ ਉੱਤੇ ਡਿਪੈਂਡ ਹੁੰਦੇ ਨੇ। ਸੋ ਆਪਣਾ ਭਵਿੱਖ ਸੁਧਾਰਨ ਵਾਸਤੇ ਲੋਕ ਅਮਰੀਕਾ ਜਾਂ ਵੱਡੇ ਵੱਡੇ ਮੁਲਕਾਂ ਵਿੱਚ ਆਉਂਦੇ ਨੇ, ਉਸ ਤੋਂ ਬਾਅਦ ਆਪਣੇ ਪਰਿਵਾਰਾਂ ਦੇ ਹਾਲਾਤ ਵੀ ਸੁਧਾਰਦੇ ਨੇ। ਪਰ ਕਿਤੇ ਨਾ ਕਿਤੇ ਟਰੰਪ ਸ਼ਾਸਨ ਦੀਆਂ ਸਖਤੀਆਂ ਹੁਣ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਨੇ ਅਤੇ ਲਗਾਤਾਰ ਇਹਨਾਂ ਭਾਰਤੀਆਂ ਦੇ ਉੱਤੇ ਇੱਕ ਬੋਝ ਵੀ ਪਾ ਰਹੀਆਂ ਨੇ, ਕਿਉਂਕਿ ਇੱਕ ਡਰ ਦਾ ਮਾਹੌਲ ਜਾਂ ਮੈਂ ਕਹਾਂ ਇੱਕ ਸ਼ੰਕਾ ਜੀ ਜਾਂ ਫਿਰ ਪਰੇਸ਼ਾਨੀ ਬਣ ਚੁੱਕੀ ਹੈ ਅਤੇ ਇਹ ਸੋਚਣ ਨੂੰ ਮਜਬੂਰ ਕਰ ਦਿੰਦੀ ਹੈ ਕਿ ਡੋਨਲਡ ਟਰੰਪ ਦਾ ਅਗਲਾ ਫੈਸਲਾ ਜੋ ਪ੍ਰਵਾਸੀਆਂ ਦੇ ਖਿਲਾਫ ਕੀ ਹੋਵੇਗਾ। ਕਿਤੇ ਜੋ ਗ੍ਰੀਨ ਕਾਰਡ ਹੋਲਡਰ ਉਹਨਾਂ ਨੂੰ ਖਤਰਾ ਤਾਂ ਨਹੀਂ, ਕਿਉਂਕਿ ਇਹ ਸਾਫ਼ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਉਹ ਗ੍ਰੀਨ ਕਾਰਡ ਹੋਲਡਰ ਨੇ ਜਾਂ ਫਿਰ ਇਸ ਤੋਂ ਇਲਾਵਾ H1B ਵੀਜ਼ਾ ਧਾਰਕ ਨੇ ਜਾਂ ਫਿਰ ਸਟੂਡੈਂਟ ਵੀਜ਼ਾ ਤੇ ਕੋਈ ਹੈ, ਇਹਨਾਂ ਸਾਰਿਆਂ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਜੇ ਮਾਮੂਲੀ ਜਿਹੀ ਗਲਤੀ ਵੀ ਇਹਨਾਂ ਦੀ ਕੋਈ ਸਾਹਮਣੇ ਆ ਗਈ ਤਾਂ। ਸੋ ਇਸੇ ਦੇ ਨਾਲ ਹੀ ਹੁਣ ਰੈਮੀਟੈਂਸ ਭੇਜਣ ਵਾਲਾ ਅਮਰੀਕਾ ਤਾਂ ਪਹਿਲਾ ਦੇਸ਼ ਬਣ ਗਿਆ, ਯਾਨੀ ਕਿ ਅਮਰੀਕਾ ਵਿੱਚ ਭਾਰਤੀ ਜਿਹੜੇ NRI ਸੀ ਉਹਨਾਂ ਨੇ ਰਿਕਾਰਡ ਤੋੜ ਦਿੱਤਾ ਹੈ। ਇਹ ਇੱਕ ਹਿਸਾਬ ਦੇ ਨਾਲ ਇਹ ਸਿਰਫ ਔਰ ਸਿਰਫ ਅਮਰੀਕਨ ਭਾਰਤੀਆਂ ਨੇ ਹੀ ਇਹ ਕਰਕੇ ਦਿਖਾਇਆ। ਇਸ ਦੇ ਨਾਲ ਅਰਥ ਵਿਵਸਥਾ ਵਿੱਚ ਬਹੁਤ ਵੱਡਾ ਅਸਰ ਵੀ ਪੈਂਦਾ ਹੈ। ਫਿਲਹਾਲ ਬਹੁਤ ਸਾਰੇ ਐਸੇ ਇੰਡੀਅਨਸ ਵੀ ਨੇ ਜਿਨ੍ਹਾਂ ਨੇ ਅਮਰੀਕਾ ਵਿੱਚ ਕਾਫੀ ਜ਼ਿਆਦਾ ਨਿਵੇਸ਼ ਵੀ ਕੀਤਾ ਹੈ ਤੇ ਅਮਰੀਕਾ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕੀਤੀ ਹੈ। ਫਿਲਹਾਲ ਡੋਨਲਡ ਟਰੰਪ ਜਿਹੜੇ ਨੇ ਆਪਣਾ ਅਗਲਾ ਕੀ ਪਲਾਨ ਲੈ ਕੇ ਆਉਣਗੇ ਇਹ ਹਲੇ ਦੇਖਣਾ ਬਾਕੀ ਹੈ। ਫਿਲਹਾਲ ਦੇ ਲਈ ਤਾਂ ਉੱਥੇ ਮੌਜੂਦ ਭਾਰਤੀਆਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਮਾਮੂਲੀ ਜਿਹੀ ਵੀ ਗਲਤੀ ਅਮਰੀਕਾ ਵਿੱਚ ਬੈਠ ਕੇ ਕਰਦੇ ਨੇ, ਇਸ ਨਾਲ ਉਹਨਾਂ ਦਾ ਗ੍ਰੀਨ ਕਾਰਡ ਵੀ ਰੱਦ ਹੋ ਸਕਦਾ ਹੈ ਅਤੇ ਨਾਲ ਦੇ ਨਾਲ ਉਹਨਾਂ ਦਾ ਵੀਜ਼ਾ ਵੀ ਰੱਦ ਹੋ ਸਕਦਾ ਹੈ। ਕਿਉਂਕਿ ਇੱਕ ਰੀਸੈਂਟ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਭਾਰਤੀ ਮਹਿਲਾ ਨੂੰ ਚੋਰੀ ਕਰਦੇ ਹੋਏ ਫੜਿਆ ਗਿਆ ਹੈ। ਚੋਰੀ ਕਰਦੀ ਫੜੀ ਇਸ ਮਹਿਲਾ ਤੋਂ ਬਾਅਦ ਅਮਰੀਕੀ ਦੂਤਾਵਾਸ ਨੇ ਸਖਤ ਚੇਤਾਵਨੀ ਦੇ ਦਿੱਤੀ ਹੈ ਕਿ ਅਗਰ ਤੁਸੀਂ ਅਮਰੀਕਾ ਦੇ ਲਈ ਅਪਲਾਈ ਕਰ ਰਹੇ ਹੋ ਤੇ ਖਾਸ ਤੌਰ ਤੇ ਤੁਹਾਨੂੰ ਧਿਆਨ ਰੱਖਣਾ ਪਏਗਾ ਕਿ ਅਮਰੀਕਾ ਦੇ ਵਿੱਚ ਆ ਕੇ ਐਸੀ ਹਰਕਤਾਂ ਬਿਲਕੁਲ ਨਾ ਕਰੋ। ਅਗਰ ਤੁਸੀਂ ਇੱਥੇ ਆ ਕੇ ਵੀ ਚੋਰੀ, ਲੁੱਟ-ਖੋਹ ਜਾਂ ਕੋਈ ਹੋਰ ਅਪਰਾਧ ਕਰਦੇ ਹੋ ਤੇ ਤੁਹਾਨੂੰ ਤੁਰੰਤ ਦੇਸ਼ ਤੋਂ ਬਾਹਰ ਕਰ ਦਿੱਤਾ ਜਾਏਗਾ, ਤੁਹਾਡਾ ਵੀਜ਼ਾ ਵੀ ਰੱਦ ਕਰ ਦਿੱਤਾ ਜਾਏਗਾ। ਇਸ ਦੇ ਨਾਲ ਅਮਰੀਕਾ ਵਿੱਚ ਦੁਬਾਰਾ ਆਉਣ ਦੇ ਤੁਸੀਂ ਯੋਗ ਨਹੀਂ ਹੋ ਪਾਵੋਗੇ। ਇਸ ਔਰਤ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਸਖਤ ਚੇਤਾਵਨੀ ਭਾਰਤ ਲਈ ਜਾਰੀ ਕੀਤੀ ਗਈ ਹੈ। ਇਸ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਸ ਦੇ ਕੋਲ 1,80,000 ਤੱਕ ਦਾ ਸਮਾਨ ਬਰਾਮਦ ਕੀਤਾ ਗਿਆ, ਪਰ ਔਰਤ ਨੇ ਬਾਅਦ ਵਿੱਚ ਮਾਫੀ ਮੰਗੀ ਹੈ ਤੇ ਕਿਹਾ ਹੈ ਕਿ ਉਹ ਇਸ ਸਮਾਨ ਦਾ ਭੁਗਤਾਨ ਕਰਨ ਲਈ ਤਿਆਰ ਹੈ। ਇਸ ਦੇ ਨਾਲ ਔਰਤ ਨੇ ਕਿਹਾ ਕਿ ਉਹ ਇੱਥੇ ਦੀ ਨਹੀਂ ਹੈ, ਉਹ ਇੱਥੇ ਨਹੀਂ ਰਹਿਣਾ ਚਾਹੁੰਦੀ, ਯਾਨੀ ਉਹ ਅਮਰੀਕਾ ਦੀ ਨਹੀਂ ਹੈ ਤੇ ਅਮਰੀਕਾ ਵਿੱਚ ਨਹੀਂ ਰਹਿਣਾ ਚਾਹੁੰਦੀ। ਪਰ ਪੁਲਿਸ ਅਧਿਕਾਰੀ ਨੇ ਇਸ ਉੱਤੇ ਉਸ ਨੂੰ ਕਾਫੀ ਸਖਤ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਦੇ ਨਹੀਂ ਹੋ, ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਇੰਡੀਆ ਦੇ ਵਿੱਚ ਇਹ ਸਭ ਕੁਝ ਹੁੰਦਾ ਹੈ। ਤੇ ਉਹਨਾਂ ਨਾਲ ਇਹ ਵੀ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਇੰਡੀਆ ਦੇ ਵਿੱਚ ਚੋਰੀ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਸੋ ਇਹ ਬਹੁਤ ਹੀ ਸ਼ਰਮਨਾਕ ਹਰਕਤ ਹੈ ਜੋ ਕਿ ਸਾਹਮਣੇ ਆਈ ਹੈ। ਇਸ ਤੋਂ ਬਾਅਦ ਅਗਰ ਕੋਈ ਹੋਰ ਐਸਾ ਅਪਰਾਧ ਕਰਦਾ ਹੋਇਆ ਫੜਿਆ ਜਾਂਦਾ ਹੈ ਤੇ ਉਸ ਨੂੰ ਤੁਰੰਤ ਰਿਪੋਰਟ ਕਰ ਦਿੱਤਾ ਜਾਵੇਗਾ। ਇਸ ਸਖਤ ਚੇਤਾਵਨੀ ਜਾਰੀ ਕੀਤੀ ਗਈ ਹੈ। ਸੋ ਇਹ ਸਿਆਸੀ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਅਪਡੇਟਸ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਹੋਰ ਅਪਡੇਟਸ ਲੈ ਕੇ ਮੈਂ ਫਿਰ ਤੋਂ ਹਾਜ਼ਰ ਹੋਵਾਂਗੀ। ਤੁਸੀਂ ਬਣੇ ਰਹੋ ਜੀ ਸਾਡੇ ਚੈਨਲ ਪੰਜਾਬ ਮੇਰੀ ਯੂਐਸਏ ਟੀਵੀ ਦੇ ਨਾਲ। ਮੈਨੂੰ ਦੋ ਜੀ ਆ ਗਿਆ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।